ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੇ ਚੱਲ ਰਹੇ ਵਿਚਾਰ ਅੰਦਰ ਅੱਜ ਪੰਜਵੀਂ ਪੌੜੀ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਪੌੜੀ ਵਿੱਚੋਂ ਅਸੀਂ ਮਿਲ ਜੁਲ ਕੇ ਕੁਝ ਨਾ ਕੁਝ ਜ਼ਰੂਰ ਲਾਹਾ ਪ੍ਰਾਪਤ ਕਰਾਂਗੇ। ਇਸ ਪੌੜੀ ਦੀ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਗੁਰੂ ਸਾਹਿਬ ਬੜਾ ਹੀ ਸੋਹਣਾ ਸੁਨੇਹਾ ਦੇ ਰਹੇ ਹਨ ਕਿ ਇਹ ਭਾਈ ਜਿਸ ਨੇ ਸਾਰੀ ਦੁਨੀਆ ਨੂੰ ਬਣਾਇਆ, ਜਿਸ ਨੇ ਵੱਡੇ ਤੋਂ ਵੱਡੇ ਗ੍ਰਹਿ, ਸੂਰਜ ਅਤੇ ਛੋਟੇ ਤੋਂ ਛੋਟੇ ਜੀਵ ਅਤੇ ਕਣ ਬਣਾਏ, ਜਿਸ ਨੇ ਸਾਰਾ ਕੁਝ ਬਣਾਇਆ, ਉਸ ਨੂੰ ਕੋਈ ਇਨਸਾਨ ਕਿਵੇਂ ਬਣਾ ਸਕਦਾ ਹੈ? ਉਸ ਨੂੰ ਬਣਾਇਆ ਨਹੀਂ ਜਾ ਸਕਦਾ, ਭਾਵ ਕਿ ਉਸ ਨੂੰ ਨਾ ਕਿਸੇ ਰੂਪ ਵਿੱਚ ਸਥਾਪਿਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਨਾਲ ਬਣਾਇਆ ਜਾ ਸਕਦਾ ਹੈ। ਜੇ ਬਣਾਉਣਾ ਵੀ ਚਾਹੀਏ ਤਾਂ ਕਿਵੇਂ ਬਣਾਵਾਂਗੇ? ਉਹ ਤਾਂ ਨਿਰੰਕਾਰ ਹੈ, ਉਸ ਨੂੰ ਕਿਵੇਂ ਕੋਈ ਆਕਾਰ ਦੇ ਪਾਵਾਂਗੇ? ਉਹ ਅਜੂਨੀ ਹੈ, ਉਸ ਨੂੰ ਕਿਵੇਂ ਕਿਸੇ ਜੂਨ ਵਿੱਚ ਪਾਵਾਂਗੇ? ਜੇ ਕੋਈ ਕਹੇ ਕਿ ਰੱਬ ਨੂੰ ਬਣਾਇਆ ਜਾ ਸਕਦਾ ਹੈ ਤਾਂ ਫਿਰ ਇਹ ਵੀ ਮੰਨਣਾ ਪਏਗਾ ਕਿ ਉਸ ਨੂੰ ਮਿਟਾਇਆ ਵੀ ਜਾ ਸਕਦਾ ਹੈ। ਜੇ ਕੋਈ ਕਹੇ ਕਿ ਸਥਾਪਿਤ ਕੀਤਾ ਜਾ ਸਕਦਾ ਹੈ ਤਾਂ ਫਿਰ ਇਹ ਵੀ ਕਹਿਣਾ ਪਏਗਾ ਕਿ ਉਸ ਨੂੰ ਨਾਸ਼ ਵੀ ਕੀਤਾ ਜਾ ਸਕਦਾ ਹੈ। ਪਰ ਅਕਾਲ ਪੁਰਖ ਨੂੰ ਨਾ ਥਾਪਿਆ ਜਾ ਸਕਦਾ ਹੈ, ਨਾ ਕੀਤਾ ਭਾਵ ਬਣਾਇਆ ਜਾ ਸਕਦਾ ਹੈ। ਹਾਂ, ਜੇ ਸਿਰਫ ਇਹ ਜਾਣਨਾ ਹੋਏ ਕਿ ਜੇ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਤਾਂ ਉਹ ਆਪ ਕਿੰਜ ਬਣਿਆ, ਤਾਂ ਉਸ ਬਾਰੇ ਗੁਰੂ ਸਾਹਿਬ ਅਗਲੀ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਆਪੇ ਆਪ ਨਿਰੰਜਨ ਸੋਏ। ਭਾਵ ਉਹ ਆਪੇ ਆਪ ਬਣਿਆ ਹੈ, ਉਸ ਨੂੰ ਕੋਈ ਬਣਾਉਣ ਵਾਲਾ ਨਹੀਂ ਹੈ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਉਹ ਸੈਭੰ ਭਾਵ ਸਵੈ ਪ੍ਰਕਾਸ਼ਵਾਨ ਹੈ, ਉਹ ਨਿਰੋਲ ਆਪ ਹੀ ਆਪ ਹੈ। ਹਰ ਪਾਸੇ ਉਸਨੇ ਆਪ ਹੀ ਆਪਣਾ ਪਸਾਰਾ ਕੀਤਾ ਹੋਇਆ ਹੈ ਅਤੇ ਸਭ ਕੁਝ ਬਣਾ ਕੇ ਉਸ ਅੰਦਰ ਜਿੱਥੇ ਹੁਕਮ ਰੂਪੀ ਨਿਯਮ ਪਾਇਆ ਹੈ ਉੱਥੇ ਹੀ ਮਾਇਆ ਨੂੰ ਵੀ ਪਾ ਦਿੱਤਾ ਹੈ। ਮਾਇਆ ਭਾਵ ਉਹ ਵਿਚਾਰ ਜੋ ਮਨ ਨੂੰ ਰੱਬ ਵਾਲੇ ਪਾਸੇ ਜਾਣ ਤੋਂ ਰੋਕਦੇ ਹਨ। ਜਦ ਮਨ ਇਹਨਾਂ ਵਿਕਾਰਾਂ ਅੰਦਰ ਫਸਦਾ ਹੈ ਤਾਂ ਉਹ ਆਪਣੀ ਮੰਜ਼ਿਲ ਤੋਂ ਕੋਹਾਂ ਦੂਰ ਚਲਾ ਜਾਂਦਾ ਹੈ। ਪਰ ਭਾਵੇਂ ਮਾਇਆ ਸਾਨੂੰ ਭਟਕਾਉਂਦੀ ਹੈ, ਪਰ ਇਹ ਵੀ ਰੱਬੀ ਹੁਕਮ ਦੇ ਅੰਦਰ ਹੁੰਦੀ ਹੈ। ਮਾਇਆ ਆਪਣਾ ਕੰਮ ਰੱਬ ਦੇ ਹੁਕਮ ਅਨੁਸਾਰ ਹੀ ਕਰਦੀ ਹੈ, ਇਸ ਦਾ ਸਭ ਤੇ ਅਸਰ ਹੁੰਦਾ ਹੈ, ਪਰ ਰੱਬ ਤੇ ਇਸ ਦਾ ਅਸਰ ਨਹੀਂ ਹੈ। ਇਹ ਤਾਂ ਉਸ ਦੀ ਵੀ ਦਾਸੀ ਹੈ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਪੇ ਆਪ ਨਿਰੰਜਨ ਸੋਏ। ਨਿਰੰਜਨ ਤੋਂ ਭਾਵ ਹੈ ਅੰਜਨ ਰਹਿਤ, ਮਾਇਆ ਰਹਿਤ, ਜਿਸ ਤੇ ਕਿਸੇ ਵਿਕਾਰ ਦਾ ਅਸਰ ਨਾ ਹੋਵੇ। ਅਤੇ ਜੇ ਮਨ ਨੇ ਵੀ ਇਹਨਾਂ ਵਿਕਾਰਾਂ ਤੋਂ ਮੁਕਤ ਹੋਣਾ ਹੈ, ਮਾਇਆ ਦੇ ਪ੍ਰਭਾਵ ਤੋਂ ਦੂਰ ਰਹਿਣਾ ਹੈ, ਤੇ ਉਸ ਨਾਲ ਜੁੜਨਾ ਪਏਗਾ ਜਿਸ ਉੱਤੇ ਮਾਇਆ ਅਸਰ ਨਹੀਂ ਕਰਦੀ, ਭਾਵ ਅਕਾਲ ਪੁਰਖ ਦੇ ਨਾਲ। ਪਰ ਅਕਾਲ ਪੁਰਖ ਨਾਲ ਇੱਕ ਹੋਣ ਲਈ ਕੀ ਕਰਨਾ ਪਏਗਾ? ਗੁਰੂ ਸਾਹਿਬ ਉਸ ਬਾਰੇ ਫਰਮਾਉਂਦੇ ਹਨ ਕਿ ਜਿਨ ਸੇਵਿਆ ਤਿਨ ਪਾਇਆ ਮਾਨ। ਕੀ ਕਰਨਾ ਪਏਗਾ? ਸੇਵਾ ਕਰਨੀ ਪਏਗੀ। ਸੇਵਿਆ ਦਾ ਭਾਵ ਹੈ ਸੇਵਾ ਅਤੇ ਸਿਮਰਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ਨੇ ਅਕਾਲ ਪੁਰਖ ਨੂੰ ਸਿਮਰਿਆ ਹੈ ਉਸ ਨੇ ਹੀ ਵਡਿਆਈ ਪਾਈ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਜਿਸ ਨੇ ਅਕਾਲ ਪੁਰਖ ਦੀ ਸੇਵਾ ਕੀਤੀ ਹੈ ਉਸ ਨੇ ਮਾਨ ਇੱਜ਼ਤ ਪ੍ਰਾਪਤ ਕੀਤੀ ਹੈ। ਪਰ ਉਸ ਦੀ ਸੇਵਾ ਕਿਵੇਂ ਹੋ ਸਕਦੀ ਹੈ? ਉਹ ਤਾਂ ਸਭ ਦਾ ਦਾਤਾ ਹੈ, ਸਭ ਨੂੰ ਦਾਤਾਂ ਦਿੰਦਾ ਹੈ। ਗੁਰੂ ਪਿਆਰੋ, ਸੇਵਾ ਵਿੱਚ ਵੀ ਫਰਕ ਹੁੰਦਾ ਹੈ। ਇੱਕ ਹੈ ਤਨ ਦੀ ਸੇਵਾ, ਜੋ ਅਸੀਂ ਗੁਰਦੁਆਰਾ ਸਾਹਿਬ ਕਰਦੇ ਹਾਂ, ਉੱਥੋਂ ਸੇਵਾ ਸਿੱਖਦੇ ਹਾਂ ਅਤੇ ਫਿਰ ਸਮਾਜ ਵਿੱਚ ਸੇਵਾ ਲਈ ਉਤਰਦੇ ਹਾਂ, ਗਰੀਬਾਂ ਮਜ਼ਲੂਮਾਂ ਦੀ ਸੇਵਾ ਕਰਦੇ ਹਾਂ। ਅਤੇ ਜਿਸ ਵੀ ਸੇਵਾ ਵਿੱਚ ਕੋਈ ਲਾਲਚ ਨਾ ਹੋਏ ਉਹੀ ਸੱਚੀ ਸੁੱਚੀ ਸੇਵਾ ਹੁੰਦੀ ਹੈ। ਅਤੇ ਇੱਕ ਸੇਵਾ ਹੁੰਦੀ ਹੈ ਮਨ ਦੀ ਸੇਵਾ। ਇਸ ਬਾਰੇ ਗੁਰਬਾਣੀ ਵਿੱਚ ਬਹੁਤ ਵਾਰ ਆਇਆ ਹੈ ਕਿ ਹਰ ਕੀ ਸੇਵਾ ਜਾਂ ਗੁਰ ਕੀ ਸੇਵਾ ਹੈ ਸ਼ਬਦ ਵਿਚਾਰ, ਨਾਮ ਦੇ ਵਿਚਾਰ। ਸੋ ਮਨ ਦੀ ਅਸਲ ਸੇਵਾ ਹੀ ਇਹ ਹੈ ਕਿ ਉਹ ਸ਼ਬਦ ਦੀ ਵਿਚਾਰ ਕਰੇ। ਇਸ ਨਾਲ ਕੀ ਹੁੰਦਾ ਹੈ? ਇਸ ਨਾਲ ਸਾਡੀ ਹਰੇਕ ਇੰਦਰੀ ਅਤੇ ਸਾਡੀ ਸੋਚ ਠੀਕ ਹੁੰਦੀ ਹੈ, ਸਾਡੀ ਸੁਰਤ ਉੱਚੀ ਹੁੰਦੀ ਹੈ। ਅਤੇ ਜਿਵੇਂ ਤਨ ਨਾਲ ਸੇਵਾ ਕੀਤਿਆਂ ਲੋਕਾਂ ਦੀ ਸ਼ਾਬਾਸ਼ੀ ਮਿਲਦੀ ਹੈ, ਵਡਿਆਈ ਮਿਲਦੀ ਹੈ, ਇੰਜ ਮਨ ਰਾਹੀਂ ਸ਼ਬਦ ਦੀ ਵਿਚਾਰ ਕੀਤਾ ਮਨ ਨੂੰ ਮਨ ਅੰਦਰ ਹੀ ਅਕਾਲ ਪੁਰਖ ਵੱਲੋਂ ਇੱਜ਼ਤ ਮਿਲਦੀ ਹੈ, ਉਸ ਨੂੰ ਗੁਣ ਮਿਲਦੇ ਹਨ, ਪਿਆਰ ਮਿਲਦਾ ਹੈ, ਕਰਮ ਰੂਪੀ ਕਪੜਾ ਮਿਲਦਾ ਹੈ। ਇਸ ਲਈ ਆਓ ਗੁਰੂ ਪਿਆਰਿਓ, ਗੁਣਾਂ ਨੂੰ ਵਿਚਾਰੀਏ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਗਾਵੀਏ ਗੁਣੀ ਨਿਦਾਨ। ਹੇ ਨਾਨਕ, ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਓ ਅਕਾਲ ਪੁਰਖ ਜੋ ਕਿ ਗੁਣਾਂ ਦਾ ਨਿਦਾਨ ਹੈ, ਖਜ਼ਾਨਾ ਹੈ, ਉਸ ਦੇ ਗੁਣ ਗਾਵੀਏ, ਉਸ ਦੀ ਸਿਫਤ ਸਲਾਹ ਕਰੀਏ। ਉਸ ਦੇ ਗੁਣ ਗਾਇਆ ਹੀ ਮਨ ਉਸ ਦੇ ਰੰਗ ਵਿੱਚ ਰੰਗਦਾ ਹੈ, ਮਨ ਬਦਲਦਾ ਹੈ। ਪਰ ਗੁਰੂ ਪਿਆਰਿਓ, ਸਾਡੇ ਵਿੱਚੋਂ ਕਈ ਸੋਚਦੇ ਹੋਣਗੇ ਕਿ ਅਸੀਂ ਵੀ ਤਾਂ ਰੋਜ਼ ਗੁਰਬਾਣੀ ਪੜ੍ਹਦੇ, ਸੁਣਦੇ ਤੇ ਵਿਚਾਰਦੇ ਹਾਂ, ਪਰ ਸਾਡੇ ਵਿੱਚ ਕਿਉਂ ਬਦਲਾਵ ਨਹੀਂ ਆਇਆ? ਉਸ ਬਾਰੇ ਗੁਰੂ ਸਾਹਿਬ ਅਗਲੀ ਪੰਕਤੀ ਅੰਦਰ ਫਰਮਾਉਂਦੇ ਹਨ ਕਿ
ਗਾਵੀਏ ਸੁਣੀਏ ਮਨ ਰੱਖੀਏ ਭਾਉ। ਭਾਵ ਗੁਣ ਗਾਉਣੇ ਹਨ, ਸੁਣਨੇ ਹਨ, ਪਰ ਭਾਉ ਕਰਕੇ, ਪ੍ਰੇਮ ਕਰਕੇ। ਜੋ ਕੁਝ ਵੀ ਅਸੀਂ ਕਰਦੇ ਹਾਂ, ਭਾਵੇਂ ਪਾਠ ਕਰ ਰਹੇ ਹਾਂ, ਸੁਣ ਰਹੇ ਹਾਂ ਜਾਂ ਵਿਚਾਰ ਕਰ ਰਹੇ ਹਾਂ, ਤਾਂ ਉਸ ਅੰਦਰ ਪਿਆਰ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ। ਜੇ ਪਿਆਰ ਹੀ ਨਹੀਂ ਤਾਂ ਫਿਰ ਸਾਡੀ ਆਵਾਜ਼ ਉਸ ਤੱਕ ਕਿ ਸਾਡੇ ਆਪਣੇ ਅੰਦਰ ਤੱਕ ਵੀ ਨਹੀਂ ਪਹੁੰਚ ਪਾਏਗੀ। ਜਿਸ ਗਿਆਨ ਅੰਦਰ, ਜਿਸ ਪਾਠ ਅੰਦਰ, ਜਿਸ ਸੇਵਾ ਅੰਦਰ ਪਿਆਰ ਨਾ ਹੋਵੇ, ਉਹ ਗਿਆਨ ਵੀ ਸਿਰ ਤੇ ਭਾਰ ਬਣ ਜਾਂਦਾ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਓ ਅਕਾਲ ਪੁਰਖ ਦੇ ਗੁਣ ਗਾਵੀਏ, ਸੁਣੀਏ ਅਤੇ ਆਪਣੇ ਮਨ ਅੰਦਰ ਉਸ ਦਾ ਪ੍ਰੇਮ ਟਿਕਾਈਏ। ਜੋ ਮਨ ਇੰਜ ਕਰਦਾ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ। ਦੁੱਖ ਕੀ ਹਨ? ਦੁੱਖ ਹਨ ਵਿਕਾਰ। ਜਦ ਮਨ ਅੰਦਰ ਗੁਣ ਆ ਜਾਣ ਫਿਰ ਦੁੱਖ ਦੂਰ ਹੋ ਜਾਂਦੇ ਹਨ। ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਭਾਵ ਕਿ ਜੋ ਮਨੁੱਖ ਇਹ ਆਹਰ ਕਰਦਾ ਹੈ ਉਹ ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਗੁਰੂ ਪਿਆਰੋ, ਤਨ ਤੇ ਦੁੱਖ ਆਉਣੇ ਆਮ ਹੈ, ਹਰੇਕ ਤੇ ਆਉਂਦੇ ਹਨ, ਪਰ ਮਨ ਕਰਕੇ ਦੁਖੀ ਹੋਣਾ ਜਾਂ ਨਾ ਹੋਣਾ ਇਹ ਸਾਡੇ ਉੱਤੇ ਨਿਰਭਰ ਹੈ। ਮਨ ਦੇ ਦੁੱਖ ਕੀ ਹਨ? ਵਿਕਾਰ, ਮਾਇਆ। ਇਹ ਸਾਨੂੰ ਮੋਹ, ਲਾਲਚ, ਕਾਮ ਆਦਿ ਵਿੱਚ ਪਾਈ ਰੱਖਦੇ ਹਨ। ਜੇ ਕੁਝ ਮਿਲ ਜਾਏ ਤਾਂ ਮਨ ਵਿਕਾਰਾਂ ਕਾਰਨ ਖੁਸ਼ ਹੋ ਜਾਂਦਾ ਹੈ, ਜੇ ਕੁਝ ਖੁੱਸ ਜਾਏ ਤਾਂ ਦੁਖੀ ਹੋ ਜਾਂਦਾ। ਪਰ ਇਹ ਦੁੱਖ ਦੂਰ ਹੋ ਸਕਦੇ ਹਨ ਜੇ ਮਨ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣੇ, ਸਮਝੇ ਤੇ ਰੱਬੀ ਗੁਣਾਂ ਨਾਲ ਆਪਣੇ ਆਪ ਨੂੰ ਸ਼ਿੰਗਾਰੇ, ਤਾਂ ਮਨ ਆਪਣੇ ਦੁੱਖ ਵਿਕਾਰ ਦੂਰ ਕਰ ਲੈਂਦਾ ਹੈ। ਅਤੇ ਜਦ ਦੁੱਖ ਦੂਰ ਹੋ ਜਾਣ ਤਾਂ ਫਿਰ ਮਨ ਅੰਦਰ ਸਿਰਫ ਸੁੱਖ ਹੀ ਬਚਦੇ ਹਨ। ਮਨ ਸੁੱਖਾਂ ਨੂੰ ਆਪਣੇ ਘਰ ਲੈ ਆਉਂਦਾ ਹੈ ਅਤੇ ਜਿਸ ਦਾ ਮਨ ਸੁੱਖਾਂ ਨਾਲ ਭਰ ਗਿਆ ਉਸ ਦਾ ਸੰਸਾਰ ਨੂੰ ਦੇਖਣ ਦਾ ਅਤੇ ਗੁਰੂ ਸਾਹਿਬ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਅਤੇ ਬਦਲਿਆ ਹੋਇਆ ਮਨ ਭਾਵ ਗੁਰਮੁਖ ਗੁਰੂ ਸਾਹਿਬ ਨੂੰ ਕਿਵੇਂ ਦੇਖਦਾ ਹੈ? ਅਗਲੀ ਪੰਕਤੀ ਅੰਦਰ ਸਮਝਦੇ ਹਾਂ ਕਿ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ। ਸੋ ਗੁਰੂ ਦਾ ਪਿਆਰਾ ਗੁਰਮੁਖ ਮਨ ਕੀ ਦੇਖਦਾ ਹੈ ਕਿ ਮੇਰਾ ਪਿਆਰਾ ਗੁਰੂ ਹੀ ਮੇਰਾ ਸਭ ਕੁਝ ਹੈ, ਗੁਰੂ ਹੀ ਨਾਦੰਗ ਹੈ, ਗੁਰੂ ਹੀ ਵੇਦੰਗ ਹੈ। ਭਾਵ ਗੁਰੂ ਦੇ ਮੁਖ ਤੋਂ ਨਿਕਲਿਆ ਸ਼ਬਦ ਹੀ ਨਾਦ ਹੈ। ਨਾਦ ਦਾ ਭਾਵ ਹੈ ਆਵਾਜ਼, ਸ਼ਬਦ। ਗੁਰੂ ਰਾਹੀਂ ਹੀ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ ਹੀ ਵੇਦੰਗ ਭਾਵ ਗੁਰੂ ਹੀ ਗਿਆਨ ਹੈ। ਵੇਦੰਗ ਦਾ ਇੱਥੇ ਅਰਥ ਹੈ ਗਿਆਨ। ਗੁਰੂ ਦੇ ਮੁਖ ਤੋਂ ਨਿਕਲੇ ਬੋਲ ਵੇਦੰਗ ਹਨ, ਭਾਵ ਗਿਆਨ ਭਰਪੂਰ ਹਨ ਅਤੇ ਗੁਰੂ ਸਾਹਿਬ ਦੇ ਬੋਲਾਂ ਵਿੱਚ ਅਕਾਲ ਪੁਰਖ ਆਪ ਸਮਾਇਆ ਹੋਇਆ ਹੈ। ਇਸ ਲਈ ਗੁਰੂ ਸਾਹਿਬ ਦੇ ਬੋਲ ਤਾਜ਼ਾ ਹੁੰਦੇ ਹਨ, ਜੀਵਨ ਨਾਲ ਭਰੇ ਹੁੰਦੇ ਹਨ, ਗਿਆਨ ਭਰਪੂਰ ਹੁੰਦੇ ਹਨ ਅਤੇ ਇਹ ਬੋਲ, ਨਾਮ, ਸ਼ਬਦ ਕਦੇ ਨਾ ਖਤਮ ਹੋਣ ਵਾਲੇ ਹਨ ਅਤੇ ਇਹ ਕਦੇ ਪੁਰਾਣੇ ਵੀ ਨਹੀਂ ਹੁੰਦੇ, ਕਿਉਂਕਿ ਜਿਵੇਂ ਅਕਾਲ ਪੁਰਖ ਹਰ ਪਲ ਨਵਾਂ ਤੇ ਤਾਜ਼ਾ ਹੈ, ਇੰਜ ਹੀ ਗੁਰੂ ਦਾ ਸ਼ਬਦ ਹੈ। ਅਤੇ ਇਸ ਤੋਂ ਇਲਾਵਾ ਗੁਰਮੁਖ ਮਨ ਗੁਰੂ ਨੂੰ ਹੋਰ ਕਿਵੇਂ ਦੇਖਦਾ ਹੈ, ਇਸ ਬਾਰੇ ਅਗਲੀ ਪੰਕਤੀ ਅੰਦਰ ਫਰਮਾਨ ਹੈ ਕਿ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਗੁਰਮੁਖ ਲਈ, ਗੁਰੂ ਦੇ ਪਿਆਰੇ ਲਈ ਗੁਰੂ ਹੀ ਈਸਰ ਹੈ, ਭਾਵ ਸ਼ਿਵ ਹੈ, ਗੁਰੂ ਹੀ ਗੋਰਖ ਹੈ, ਗੁਰੂ ਹੀ ਬ੍ਰਹਮਾ ਹੈ ਅਤੇ ਗੁਰੂ ਹੀ ਪਾਰਬਤੀ ਮਾਈ ਹੈ। ਭਾਵ ਜੋ ਵੀ ਦੁਨੀਆ ਦਾ ਗਿਆਨ ਅਸੀਂ ਜਾਣਨਾ ਚਾਹੁੰਦੇ ਹਾਂ ਉਹ ਸਾਰੇ ਦਾ ਸਾਰਾ ਗਿਆਨ ਗੁਰੂ ਸਾਹਿਬ ਦੇ ਸ਼ਬਦਾਂ ਅੰਦਰ ਹੈ। ਜੋ ਮਨ ਗੁਰੂ ਦੇ ਲੜ ਲੱਗਦਾ ਹੈ ਉਹ ਗੁਰੂ ਤੋਂ ਸਾਰਾ ਹੀ ਗਿਆਨ ਪ੍ਰਾਪਤ ਕਰ ਲੈਂਦਾ ਹੈ। ਉਸ ਨੂੰ ਹੋਰ ਕਿਤੇ ਜਾਣ ਦੀ ਕੋਈ ਲੋੜ ਨਹੀਂ ਪੈਂਦੀ। ਅਤੇ ਇਸ ਤੋਂ ਇੱਕ ਗੱਲ ਹੋਰ ਸਮਝ ਆਉਂਦੀ ਹੈ ਕਿ ਦਰ ਸਿਰਫ ਇੱਕ ਹੀ ਰੱਖਣਾ ਹੈ, ਗੁਰੂ ਦਾ ਦਰ, ਜਿਸ ਦਰ ਤੋਂ ਸਾਰੇ ਪਦਾਰਥ ਮਨ ਨੂੰ ਮਿਲਦੇ ਹਨ। ਗੁਰੂ ਰੱਬੀ ਰੂਪ ਹੈ, ਗੁਰੂ ਗਿਆਨ ਦਾ ਭੰਡਾਰ ਹੈ, ਗੁਰੂ ਰੱਬੀ ਗੁਣਾਂ ਦਾ ਖਜ਼ਾਨਾ ਹੈ। ਗੁਰੂ ਇੱਕ ਐਸਾ ਸੂਰਜ ਹੈ ਜਿਸ ਦਾ ਚਾਨਣ ਲੱਖਾਂ ਕਰੋੜਾਂ ਸੂਰਜਾਂ ਤੋਂ ਵੀ ਜ਼ਿਆਦਾ ਹੈ, ਕਿਉਂਕਿ ਬਾਹਰਲਾ ਸੂਰਜ ਮਨ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਪਰ ਗੁਰੂ ਦਾ ਗਿਆਨ ਇਸ ਹਨੇਰੇ ਨੂੰ, ਮਨ ਦੇ ਹਨੇਰੇ ਨੂੰ ਜ਼ਰੂਰ ਦੂਰ ਕਰ ਸਕਦਾ ਹੈ। ਪਰ ਮਨ ਪ੍ਰਾਪਤ ਕੀਤੇ ਗਿਆਨ ਨਾਲ ਇਹ ਤਾਂ ਜਾਣ ਸਕਦਾ ਹੈ ਕਿ ਉਹ ਰੱਬ ਹੈ ਅਤੇ ਹਰ ਵੇਲੇ ਨਾਲ ਹੈ, ਹਰ ਪਾਸੇ ਹੈ, ਪਰ ਇਹ ਨਹੀਂ ਦੱਸ ਸਕਦਾ ਕਿ ਉਹ ਕਿੰਨਾ ਵੱਡਾ ਹੈ ਅਤੇ ਕਿੱਥੇ ਕਿੱਥੇ ਫੈਲਿਆ ਹੈ, ਕਿਉਂਕਿ ਉਹ ਅਸੀਮ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਏ। ਹਉ ਭਾਵ ਮੈਂ, ਕਿ ਜੇ ਮੈਂ ਇਹ ਜਾਣ ਵੀ ਲਵਾਂ ਕਿ ਉਹ ਕਿੰਨਾ ਵੱਡਾ ਹੈ, ਜੇ ਇਹ ਜਾਣ ਵੀ ਲਵਾਂ ਕਿ ਉਸ ਦਾ ਹੁਕਮ ਕਿੰਨਾ ਮਿੱਠਾ ਹੈ, ਜੇ ਇਹ ਵੀ ਜਾਣ ਲਵਾਂ ਕਿ ਉਹ ਕਿਹੋ ਜਿਹਾ ਹੈ, ਸਭ ਜਾਣ ਕੇ ਵੀ ਉਸ ਦਾ ਪੂਰਾ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿੰਨਾ ਉਸ ਬਾਰੇ ਜਾਣਿਆ ਜਾਏ
ਉਨਾ ਉਹ ਹੋਰ ਬਾਕੀ ਰਹਿ ਜਾਂਦਾ ਹੈ। ਉਸ ਦਾ ਫੈਲਾਅ ਇੰਨਾ ਜ਼ਿਆਦਾ ਹੈ ਕਿ ਜਿੰਨਾ ਉਸ ਨੂੰ ਖੋਜੋ ਉਸ ਤੋਂ ਉਨਾ ਹੋਰ ਵੱਧ ਪਾਈਦਾ ਹੈ। ਜਿਵੇਂ ਅੱਜ ਸੂਰਜ ਨੂੰ ਵਿਗਿਆਨੀ ਦੇਖਦੇ ਹਨ ਕਿ ਉਹ ਕਿੰਨਾ ਵੱਡਾ ਹੈ, ਪਰ ਜਦ ਉਹ ਦੂਜਾ ਸੂਰਜ ਦੇਖਦੇ ਹਨ ਤਾਂ ਉਹ ਇਸ ਤੋਂ ਵੀ ਵੱਡਾ ਲੱਗਦਾ ਹੈ। ਅਤੇ ਜੇ ਉਹ ਉਸ ਤੋਂ ਅਗਲੇ ਸੂਰਜ ਨੂੰ ਦੇਖਦੇ ਹਨ ਤਾਂ ਉਹ ਪਿਛਲੇ ਸੂਰਜ ਤੋਂ ਵੀ ਕਈ ਗੁਣਾ ਵੱਡਾ ਲੱਗਦਾ ਹੈ। ਇਸ ਤੋਂ ਹਿਸਾਬ ਲਾਓ, ਜਿਸ ਦੇ ਬਣਾਏ ਗ੍ਰਹਿ ਅੰਨੇ ਵੱਡੇ ਹਨ, ਉਹ ਆਪ ਕਿੰਨਾ ਵੱਡਾ ਹੋਏਗਾ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਜਾਨ ਵੀ ਲਿਆ ਜਾਏ ਤਾਂ ਵੀ ਆਖਿਆ ਨਹੀਂ ਜਾ ਸਕਦਾ, ਕਥਨ ਨਹੀਂ ਕੀਤਾ ਜਾ ਸਕਦਾ। ਪਰ ਇੱਕ ਸਮਝ ਤਾਂ ਹੈ ਮੇਰੇ ਪਿਆਰੇ ਗੁਰੂ ਮਹਾਰਾਜ ਜ਼ਰੂਰ ਪੂਰੀ ਕਰ ਦਿਓ। ਉਹ ਕਿਹੜੀ ਸਮਝ? ਗੁਰੂ ਸਾਹਿਬ ਫਰਮਾਉਂਦੇ ਹਨ ਕਿ ਗੁਰਾ ਇੱਕ ਦੇਹ ਬੁਝਾਈ। ਹੇ ਮੇਰੇ ਗੁਰਾ, ਹੇ ਮੇਰੇ ਸਤਿਗੁਰੂ ਜੀ, ਮੈਨੂੰ ਇਹ ਸਮਝ ਦਿਓ, ਭਾਵ ਮੈਨੂੰ ਇਹੋ ਜਿਹੀ ਸਮਝ ਬੂਝ ਜ਼ਰੂਰ ਦਿਓ। ਕਿਹੋ ਜਿਹੀ ਸਮਝ? ਜਿਸ ਦਾ ਜ਼ਿਕਰ ਅਗਲੀ ਪੰਕਤੀ ਅੰਦਰ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਚਾਹੇ। ਬੜੀ ਹੀ ਪਿਆਰੀ ਸਮਝ ਗੁਰੂ ਪਾਸੋਂ ਮਨ ਮੰਗਦਾ ਹੈ ਕਿ ਉਹ ਇਹ ਹੈ ਕਿ ਹੇ ਮੇਰੇ ਗੁਰੂ ਪਾਤਸ਼ਾਹ, ਜੋ ਸਭਨਾ ਜੀਆਂ ਦਾ ਇੱਕ ਦਾਤਾ ਹੈ, ਜੋ ਇੱਕ ਦਾਤਾਰ ਹੈ, ਜੋ ਇੱਕ ਅਕਾਲ ਪੁਰਖ ਸਭ ਨੂੰ ਦਾਤਾ ਦੇ ਰਿਹਾ ਹੈ, ਕੋਈ ਹੋਰ ਉਸ ਵਰਗਾ ਹੋਰ ਦਾਤਾ ਨਹੀਂ ਹੈ। ਸਿਰਫ ਉਹ ਇੱਕ ਹੀ ਹੈ ਜੋ ਸਭਨਾਂ ਨੂੰ ਸਭ ਕੁਝ ਦਿੰਦਾ ਹੈ। ਉਸ ਦਾਤਾਰ ਨੂੰ ਮੈਂ ਕਦੇ ਵੀ ਨਾ ਭੁੱਲਾਂ, ਉਹ ਹਮੇਸ਼ਾ ਮੈਨੂੰ ਯਾਦ ਰਹੇ। ਇਹੋ ਜਿਹੀ ਸੂਝ ਸਤਿਗੁਰੂ ਜੀਓ ਮੈਨੂੰ ਬਖਸ਼ ਦਿਓ, ਕਿਉਂਕਿ ਯਾਦ ਕੀਤਿਆਂ ਰਿਸ਼ਤਾ ਬਣਦਾ ਹੈ। ਸਾਡੇ ਸਾਰੇ ਰਿਸ਼ਤੇ ਯਾਦ ਨਾਲ ਜੁੜੇ ਹਨ। ਜਿਸ ਰਿਸ਼ਤਿਆਂ ਵਿੱਚ ਯਾਦ ਨਹੀਂ, ਪਿਆਰ ਨਹੀਂ, ਉਹ ਰਿਸ਼ਤਾ ਕਮਜ਼ੋਰ ਪੈ ਜਾਂਦਾ। ਇਸ ਲਈ ਮਨ ਅਰਦਾਸ ਕਰਦਾ ਹੈ ਕਿ ਮੇਰੇ ਗੁਰੂ, ਮੈਨੂੰ ਇਹ ਸੂਝ ਬੂਝ ਦੇ ਕਿ ਮੈਂ ਇੱਕ ਦਾਤਾ ਨੂੰ ਕਦੇ ਵੀ ਨਾ ਭੁੱਲਾਂ, ਕਦੇ ਵੀ ਨਾ ਵਿਸਰਾਂ। ਸੋ ਇਹ ਸੀ ਪੰਜਵੀਂ ਪੌੜੀ ਦੇ ਵਿਚਾਰ, ਜਿਸ ਅੰਦਰ ਬਹੁਤ ਸਾਰਾ ਖਜ਼ਾਨਾ ਸੀ, ਵਿਚਾਰ ਸਨ, ਗੁਣ ਸਨ। ਅਤੇ ਗੁਰੂ ਸਾਹਿਬ ਨੇ ਸਮਝਾਇਆ ਕਿ ਉਹ ਦਾਤਾ ਜੋ ਸਭਨਾਂ ਨੂੰ ਬਣਾਉਣ ਵਾਲਾ ਹੈ, ਜੋ ਸਭ ਦਾ ਦਾਤਾਰ ਹੈ, ਉਸ ਨੂੰ ਬਣਾਇਆ ਨਹੀਂ ਜਾ ਸਕਦਾ, ਪਰ ਦਿਲ ਅੰਦਰ ਵਸਾਇਆ ਜ਼ਰੂਰ ਜਾ ਸਕਦਾ ਹੈ। ਅਤੇ ਮਨ ਇਹੀ ਅਰਦਾਸ ਕਰਨੀ ਸਿੱਖਦਾ ਹੈ, ਇਹੀ ਗੁਣ ਗੁਰੂ ਸਾਹਿਬ ਤੋਂ ਸਿੱਖਦਾ ਹੈ ਕਿ ਕਿਵੇਂ ਉਸ ਨੂੰ ਮਨ ਅੰਦਰ ਵਸਾਉਣਾ ਹੈ, ਕਿੰਜ ਗੁਣਾਂ ਨੂੰ ਗਾਉਣਾ ਹੈ, ਕਿੰਜ ਪਿਆਰ ਭਾਵ ਨਾਲ ਇੱਕ ਨਾਲ ਜੁੜੇ ਰਹਿਣਾ। ਤਾਂ ਗੁਰੂ ਪਿਆਰੋ, ਇੰਜ ਹੀ ਅਗਲੀ ਪੌੜੀ ਦੇ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਣ ਦਾ ਯਤਨ ਕਰਾਂਗੇ। ਇਸ ਵਿਚਾਰ ਨੂੰ ਕਰਦੇ ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਸ ਵਿਚਾਰ ਨੂੰ ਸਮਝਾਉਣ ਲਈ ਅਤੇ ਆਪ ਸਭ ਸੰਗਤ ਦਾ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।